हेलो स्टूडेंट्स, I'm सुखविंदर कौर फ्रॉम डिपार्टमेंट ऑफ इकोनॉमिक्स GGDSD कॉलेज हरियाणा। ਅੱਜ ਅਸੀਂ ਟੌਪਿਕ ਕਰਨਾ ਹੈਰੋਡਾਮਰ ਮਾਡਲ ਆਫ ਗਰੋਥ ਮਾਡਲਸ ਆਪਾਂ ਕਰਦੇ ਪਏ ਹਾਂ। ਗਰੋਥ ਮਾਡਲ ਦੇ ਵਿੱਚ ਆਪਾਂ ਕਲਾਸੀਕਲ ਮਾਡਲ ਕਰ ਲਿਆ ਅਤੇ ਉਸ ਤੋਂ ਬਾਅਦ ਅਸੀਂ ਨੈਕਸਟ ਜਿਹੜਾ ਮਾਡਲ ਨਿਊ ਕਲਾਸੀਕਲ ਵੀ ਕਰ ਲਿਆ। ਹੈਰੋਡਾਮਰ ਮਾਡਲ ਜਿਹੜਾ ਅਸੀਂ ਅੱਜ ਕਰਨ ਜਾ ਰਹੇ ਹਾਂ। ਹੈਰੋਡਾਮਰ ਦੋ ਇਕੋਨਮਿਸਟ ਆ, ਇਹਨਾਂ ਨੇ ਦੋ ਮਾਡਲ ਦਿੱਤੇ ਆ ਔਰ ਇਹਨਾਂ ਨੇ ਕਿਹਾ ਕਿਸੇ ਵੀ ਇਕੋਨਮੀ ਦੇ ਵਿੱਚ ਤੁਹਾਨੂੰ ਸਟੱਡੀ ਗਰੋਥ ਚਾਹੀਦੀ ਹੁੰਦੀ ਆ। ਉਸ ਚੀਜ਼ ਦੀ ਇਹਨਾਂ ਨੇ ਵਿਆਖਿਆ ਕੀਤੀ ਆ। ਉਹ ਗਰੋਥ ਕਿਸ ਤਰ੍ਹਾਂ ਅਚੀਵ ਕਰਦੇ ਆ ਉਸ ਦੀ ਐਕਸਪਲੇਨੇਸ਼ਨ ਇਹਨਾਂ ਨੇ ਦਿੱਤੀ ਆ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਸਟੱਡੀ ਗਰੋਥ ਦੀ ਲੋੜ ਕੀ ਆ, ਸਾਨੂੰ ਮਤਲਬ ਸਟੱਡੀ ਗਰੋਥ ਕਾਹਦੇ ਚਾਹੀਦੀ ਆ। ਸਹਿਜ ਵਿਕਾਸ ਜਿਹਨੂੰ ਉਹਨਾਂ ਨੇ ਕਿਹਾ, ਰਿਕੁਆਇਰਮੈਂਟ ਕੀ ਹੈ ਸਹਿਜ ਵਿਕਾਸ ਦੀ ਇਕੋਨਮੀ ਦੇ ਵਿੱਚ। ਹੈਰੋਡਾਮਰ ਨੇ ਇਕਨੋਮਿਕ ਡਿਵੈਲਪਮੈਂਟ ਦੇ ਲਈ, ਇਕਨੋਮਿਕ ਗਰੋਥ ਦੇ ਲਈ ਹੈਰੋਡਾਮਰ ਨੇ ਇਨਵੈਸਟਮੈਂਟ ਨੂੰ ਕਾਫੀ ਇੰਪੋਰਟੈਂਸ ਦਿੱਤੀ ਆ। ਉਹਨਾਂ ਨੇ ਕਿਹਾ ਇਨਵੈਸਟਮੈਂਟ ਆ ਜਿਹੜੀ ਉਹ ਤੁਹਾਡੀ ਡਿਊਅਲ ਕਰੈਕਟਰ ਹੁੰਦਾ ਉਹਦਾ। ਤੁਹਾਡੀ ਇਨਵੈਸਟਮੈਂਟ ਜਿਹੜੀ ਆ ਉਸਨੂੰ ਡਿਮਾਂਡ ਸਾਈਡ ਵੀ ਇਫੈਕਟ ਕਰਦੀ ਆ ਅਤੇ ਸਪਲਾਈ ਸਾਈਡ ਵੀ। ਜਦੋਂ ਤੱਕ ਤੁਸੀਂ ਪਿਓਰ ਇਨਵੈਸਟਮੈਂਟ ਸ਼ੁੱਧ ਨਿਵੇਸ਼ ਕਰਦੇ ਹੋ ਅਤੇ ਉਹਦੇ ਨਾਲ ਤੁਹਾਡੀ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ, ਤੁਹਾਡੀ ਪ੍ਰੋਡਕਸ਼ਨ ਦੇ ਵਿੱਚ ਵੀ ਵਾਧਾ ਹੁੰਦਾ ਅਤੇ ਲੰਬੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਰੁਜ਼ਗਾਰ ਆ ਉਹ ਬਣਿਆ ਰਹਿੰਦਾ ਅਤੇ ਸ਼ੁੱਧ ਨਿਵੇਸ਼ ਦੇ ਵਿੱਚ ਇਸ ਲਈ ਲਗਾਤਾਰ ਵਾਧਾ ਹੁੰਦਾ ਰਹਿਣਾ ਚਾਹੀਦਾ। ਮਤਲਬ ਇਨਵੈਸਟਮੈਂਟ ਤਾਂ ਹੋਣੀ ਚਾਹੀਦੀ ਹੈ। ਇਨਵੈਸਟਮੈਂਟ ਹੈ ਜਿਹੜੀ ਉਹ ਪਿਓਰ, ਜਿਹੜੀ ਤੁਸੀਂ ਕਹਿੰਦੇ ਹੋ ਨੈੱਟ ਇਨਵੈਸਟਮੈਂਟ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਕਿਉਂਕਿ ਨੈੱਟ ਇਨਵੈਸਟਮੈਂਟ ਜਦੋਂ ਹੋਏਗੀ ਤੁਹਾਡੀ ਇਨਵੈਸਟਮੈਂਟ ਦੇ ਨਾਲ ਤੁਹਾਡੀ ਇਨਕਮ ਵੀ ਵਧੂਗੀ, ਤੁਹਾਡੀ ਪ੍ਰੋਡਕਸ਼ਨ ਵੀ ਵਧੂਗੀ ਅਤੇ ਤੁਹਾਡੀ ਲੌਂਗ ਪੀਰੀਅਡ ਦੇ ਵਿੱਚ ਜਿਹੜੀ ਇੰਪਲਾਈਮੈਂਟ ਜਨਰੇਟ ਹੋਏਗੀ। ਔਰ ਇਸ ਨੂੰ ਐਕਸਪਲੇਨ ਕਰਨ ਲਈ ਦੋਨਾਂ ਨੇ ਐਕਚੁਅਲੀ ਅਲੱਗ-ਅਲੱਗ ਮਾਡਲ ਦਿੱਤੇ ਆ। ਸਭ ਤੋਂ ਪਹਿਲਾਂ ਅਸੀਂ ਹੈਰਡ ਮਾਡਲ ਦੀ ਗੱਲ ਕਰਾਂਗੇ। ਹੈਰਡ ਜਿਹੜੇ ਆ ਉਹ ਰॉय ਐਫ ਹੈਰਡ ਹੈਗੇ ਆ ਔਰ ਉਹਨਾਂ ਨੇ ਸਟੱਡੀ ਗਰੋਥ ਕਿੱਦਾਂ ਹੋ ਸਕਦੀ ਹੈ ਇਸ ਚੀਜ਼ ਦੀ ਐਕਸਪਲੇਨੇਸ਼ਨ ਦਿੱਤੀ ਆ। ਔਰ ਇਹ ਐਕਸਪਲੇਨੇਸ਼ਨ ਉਹਨਾਂ ਨੇ ਐਨ ਐਸੇ ਇਨ ਡਾਇਨਾਮਿਕ ਥਿਊਰੀ ਜਿਹੜੀ ਆ ਉਹਦੇ ਵਿੱਚ ਦਿੱਤੀ ਆ। ਔਰ ਉਹਨਾਂ ਨੇ ਆਪਣੇ ਮਾਡਲ ਨੂੰ ਐਕਸਪਲੇਨ ਕਰਨ ਲਈ ਮਲਟੀਪਲਾਇਰ ਦੀ ਥਾਂ 'ਤੇ ਐਸਲੇਰੇਟਰ ਜਿਹੜਾ ਵਰਡ ਆ ਉਹ ਵਰਤਿਆ। ਮਲਟੀਪਲਾਇਰ ਆਪਾਂ ਕੀਤਾ ਸੀਗਾ ਕੰਸੈਪਟ ਫਸਟ ਟਾਈਮ ਮੈਕਰੋ ਇਕਨੋਮਿਕਸ ਦੇ ਵਿੱਚ ਸੈਕੰਡ ਸੈਮ 'ਚ, ਕਿ ਜਿੰਨੇ % ਤੁਸੀਂ ਇਨਵੈਸਟਮੈਂਟ ਦੇ ਵਿੱਚ ਵਾਧਾ ਕਰਦੇ ਹੋ ਇਨਕਮ ਦੇ ਵਿੱਚ, ਉਹਦੇ ਨਾਲ ਕਈ ਗੁਣਾ ਵੱਧ ਵਾਧਾ ਹੁੰਦਾ। ਉਹ ਜਿਹੜਾ ਕਈ ਗੁਣਾ ਵੱਧ ਵਾਧਾ ਆ ਉਹ ਮਲਟੀਪਲਾਇਰ ਦੇ ਕਰਕੇ ਹੁੰਦਾ। ਪਰ ਇੱਥੇ ਮਲਟੀਪਲਾਇਰ ਦੀ ਜਗ੍ਹਾ 'ਤੇ ਹੈਰਡ ਜਿਹੜੇ ਇਕੋਨਮਿਸਟ ਆ ਇਹਨਾਂ ਨੇ ਐਸਲੇਰੇਟਰ ਵਰਤਿਆ। ਇਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਇਨਵੈਸਟਮੈਂਟ ਵਿੱਚ ਵਾਧਾ ਕਰਦੇ ਹੋ ਅਤੇ ਉਹਦੇ ਨਾਲ ਤੁਹਾਡੀ ਇਨਕਮ 'ਚ ਕਈ ਗੁਣਾ ਵੱਧ ਨਹੀਂ ਹੁੰਦਾ, ਵਾਧਾ ਕਈ ਗੁਣਾ ਵੱਧ ਹੁੰਦਾ, ਮਤਲਬ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਅਤੇ ਉਸ ਕੰਸੈਪਟ ਨੂੰ ਅਸਲ 'ਚ ਐਸਲੇਰੇਟਰ ਕਹਿ ਦਿੰਦੇ ਆ। ਐਸਲੇਰੇਟਰ ਵਰਡ ਇਹਨਾਂ ਨੇ ਵਰਤਿਆ ਅਤੇ ਇਹਨਾਂ ਨੇ ਮਾਨਤਾਵਾਂ ਦੇ ਵਿੱਚ ਇਹ ਲਈ ਆ ਕਿ ਤੁਹਾਡੇ ਜਿਹੜਾ ਕੋਂਸਟੈਂਟ ਰਿਟਰਨਸ ਟੂ ਸਕੇਲ ਲਾਗੂ ਹੁੰਦੇ ਆ, ਐਕਸ ਐਂਟੀ ਅਤੇ ਸੇਵਿੰਗ ਹੁੰਦੀ ਆ ਅਤੇ ਉਸ ਤੋਂ ਬਾਅਦ ਟੈਕਨੀਕ ਆ ਜਿਹੜੀ ਉਹ ਨਿਊਟਰਲ ਰਹਿੰਦੀ ਆ। ਔਰ ਉੱਦਮੀ ਆ ਜਿਹੜੀ ਉਹ ਹਮੇਸ਼ਾ ਚਾਹੁੰਦੇ ਆ ਕਿ ਉਹ ਇਨਵੈਸਟਮੈਂਟ ਕਰਨ ਤਾਂ ਜੋ ਪ੍ਰੋਡਕਸ਼ਨ ਦੇ ਵਿੱਚ ਵਾਧਾ ਹੋਵੇ। ਔਰ ਆਪਣੇ ਮਾਡਲ ਨੂੰ ਐਕਸਪਲੇਨ ਕਰਨ ਦੇ ਲਈ ਉਹਨਾਂ ਨੇ ਵਰਡ ਵਰਤੇ ਆ, ਥੋੜ੍ਹੀਆਂ ਟਰਮਸ ਲਈਆਂ। ਇੱਕ ਉਹਨਾਂ ਨੇ ਲਈ ਹੈ ਐਕਚੁਅਲ ਗਰੋਥ ਰੇਟ, ਜਿਹਨੂੰ ਉਹਨਾਂ ਨੇ ਜੀ ਦੇ ਨਾਲ, ਕੈਪੀਟਲ ਜੀ ਦੇ ਨਾਲ ਡਿਨੋਟ ਕੀਤਾ। ਇੱਕ ਉਹਨਾਂ ਨੇ ਰੰਟਡ ਗਰੋਥ ਲਈ ਆ ਜਿਹਨੂੰ ਉਹਨਾਂ ਨੇ GW ਕਿਹਾ। ਇੱਕ ਉਹਨਾਂ ਨੇ ਨੈਚੁਰਲ ਗਰੋਥ ਲਈ ਆ ਜਿਨ੍ਹਾਂ ਨੂੰ ਉਹਨਾਂ ਨੇ GN ਲਿਖਿਆ। ਇੱਕ ਤੁਹਾਡੀ ਐਕਚੁਅਲ ਗਰੋਥ ਰੇਟ G, ਰੰਟਡ ਗਰੋਥ ਰੇਟ GW, ਨੈਚੁਰਲ ਗਰੋਥ ਰੇਟ GN ਇਹਦੇ ਨਾਲ ਡਿਨੋਟ ਕੀਤੇ ਉਹਨਾਂ ਨੇ। ਅਤੇ ਸਭ ਤੋਂ ਪਹਿਲਾਂ ਐਕਚੁਅਲ ਗਰੋਥ ਰੇਟ ਕੀ ਆ, ਇਸ ਦਾ ਨਿਰਧਾਰਨ ਉਹ ਕਹਿੰਦੇ ਬੱਚਤ ਅਤੇ ਪੂੰਜੀ ਉਤਪਾਦ ਦੇ ਅਨੁਪਾਤ ਦੁਆਰਾ ਹੁੰਦਾ ਹੈ। ਇੱਛਤ ਵਿਕਾਸ ਦਰ ਜਿਹੜੀ ਆ ਜੋ ਕਿਸੇ ਅਰਥ ਵਿਵਸਥਾ ਦੀ ਆਮਦਨ ਦੀ ਪੂਰਨ ਸਮਰੱਥ ਵਿਕਾਸ ਦਰ ਹੁੰਦੀ ਹੈ ਅਤੇ ਇੱਕ ਕੁਦਰਤੀ ਵਿਕਾਸ ਦਰ ਉਹਨਾਂ ਨੇ ਕਹੀ ਆ। ਅਤੇ ਐਕਚੁਅਲ ਗਰੋਥ ਰੇਟ ਆ ਜਿਹੜਾ G ਆ ਉਹਨੂੰ ਕਹਿੰਦੇ ਆ ਕਿ ਐਕਚੁਅਲ ਗਰੋਥ ਰੇਟ ਆ ਜਿਹੜਾ G ਇਹ ਹੈਗਾ ਡੈਲਟਾ Y/Y, ਮਤਲਬ ਚੇਂਜ ਇਨ ਇਨਕਮ ਓਵਰ ਇਨਕਮ। ਅਤੇ ਜਿਹੜੀ ਕੈਪੀਟਲ ਆ ਉਹ ਹੁੰਦੀ ਡੈਲਟਾ K/ਡੈਲਟਾ Y। ਔਰ ਸੇਵਿੰਗ ਆ ਜਿਹੜੀ, ਕਿਉਂਕਿ ਉਹ S/Y ਹੁੰਦੀ ਹੈ, ਇਸ ਲਈ ਤੁਸੀਂ GC ਅਤੇ S ਜਿਹੜੇ ਇਹਨਾਂ ਨੇ ਕਹੇ ਆ। G ਜਿਹੜਾ ਡੈਲਟਾ Y/Y ਲਿਆ, C ਜਿਹੜਾ ਉਹਨਾਂ ਨੇ ਲਿਆ ਡੈਲਟਾ K/ਡੈਲਟਾ Y, ਜਿਹਨੂੰ ਬਾਅਦ ਵਿੱਚ ਉਹਨਾਂ ਨੇ ਡੈਲਟਾ K ਦੇ ਨਾਲ ਡਿਵਾਈਡ, ਡੈਲਟਾ K ਨੂੰ ਉਹਨਾਂ ਨੇ ਇਨਵੈਸਟਮੈਂਟ ਕਹਿ ਦਿੱਤਾ, ਅਸਲ 'ਚ I/ਡੈਲਟਾ Y ਹੋ ਗਿਆ। ਔਰ ਡੈਲਟਾ Y ਨਾਲ ਡੈਲਟਾ Y ਕੱਟ ਗਿਆ ਅਤੇ ਉਹ ਕੀ ਬਚਿਆ I/Y। I/Y ਜਿਹੜਾ ਇਹ ਕਾਹਦੇ ਬਰਾਬਰ ਹੁੰਦਾ, ਸੇਵਿੰਗ ਪ੍ਰੋਪੈਂਸਿਟੀ ਟੂ ਸੇਵ।
ਠੀਕ ਹੈ ਜੀ। ਔਰ ਇਹਦਾ ਮਤਲਬ ਕੀ ਹੋ ਗਿਆ, ਵਾਈ ਦੋਨਾਂ ਦਾ ਡਿਨੋਮੀਨੇਟਰ ਸੇਮ ਆ, ਇਸ ਲਈ ਇਨਵੈਸਟਮੈਂਟ ਇਜ਼ ਇਕੁਅਲ ਟੂ ਸੇਵਿੰਗ ਜਿਹੜੀ ਉਹ ਹੋ ਗਈ। ਉਸ ਤੋਂ ਬਾਅਦ ਉਹਨਾਂ ਨੇ ਰੈਂਟਡ ਗਰੋਥ ਰੇਟ ਲਈ ਆ। ਰੈਂਟਡ ਗਰੋਥ ਰੇਟ ਦੇ ਵਿੱਚ ਕਿਹਾ ਕਿ ਇਹ ਉਹ ਦਰ ਹੁੰਦੀ ਆ, ਰੈਂਟਡ GWD ਦਰ ਆ, ਜਿਸ ਰੇਟ ਦੇ ਉੱਤੇ ਇਹ ਉਹ ਰੇਟ ਹੁੰਦਾ ਕਿ ਜੋ ਇੱਕ ਬਿਜ਼ਨਸਮੈਨ, ਜੋ ਇੱਕ ਪ੍ਰੋਡਿਊਸਰ ਕਰ ਰਿਹਾ, ਉਹ 'ਤੇ ਸੰਤੁਸ਼ਟ ਹੈ, ਮਤਲਬ ਉਹਦੇ 'ਚ ਕੋਈ ਚੇਂਜ ਨਹੀਂ ਕਰਨਾ ਚਾਹੁੰਦਾ। ਅਤੇ ਇੱਕ ਹੁੰਦੀ ਨੈਚੁਰਲ ਗਰੋਥ ਰੇਟ, ਉਹ ਕਹਿੰਦੇ ਆ ਕਿ ਉਹ ਗਰੋਥ ਰੇਟ ਹੁੰਦਾ ਜਿਹਦੇ ਨਾਲ ਇਕੋਨਮੀ ਦੇ ਵਿੱਚ ਕੋਈ ਵੀ ਇਨਫਲੇਸ਼ਨ ਨਹੀਂ ਹੁੰਦੀ। ਅਤੇ ਅਦਰਵਾਈਜ਼ ਕਈ ਵਾਰ ਇਹ ਵੀ ਹੁੰਦਾ ਨਾ, ਨੈਚੁਰਲ ਜਦੋਂ ਤੁਸੀਂ ਗਰੋਥ ਰੇਟ ਤੁਹਾਡਾ ਹੁੰਦਾ, ਤੁਹਾਡੀ ਇਨਕਮ ਵਧਦੀ ਆ, ਤੁਹਾਡੀ ਜਿਹੜੀ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਇਕੋਨਮੀ ਦੇ ਵਿੱਚ ਇਨਫਲੇਸ਼ਨ ਆ ਜਾਂਦੀ ਆ। ਪਰ ਜਿਹੜਾ ਨੈਚੁਰਲ ਗਰੋਥ ਰੇਟ ਹੁੰਦਾ ਉਹ 'ਤੇ ਕੋਈ ਵੀ ਇਨਫਲੇਸ਼ਨ ਇਕੋਨਮੀ 'ਚ ਨਹੀਂ ਆਉਂਦੀ। ਔਰ ਫਿਰ ਉਹਨਾਂ ਨੇ ਐਕਸਪਲੇਨ ਕਰਨ ਦੇ ਲਈ ਇੱਕ ਸਟੇਟ ਆਫ ਇਕੁਇਲੀਬਰੀਅਮ ਕਿਹਾ। ਇਕੁਇਲੀਬਰੀਅਮ 'ਚ ਕਿੱਥੇ ਹੋਏਗੀ ਇਕੋਨਮੀ, ਜਿੱਥੇ ਨੈਚੁਰਲ ਗਰੋਥ ਰੇਟ, ਰੈਂਟਡ ਗਰੋਥ ਰੇਟ ਅਤੇ ਤੁਹਾਡਾ ਜਿਹੜਾ ਐਕਚੁਅਲ ਗਰੋਥ ਰੇਟ ਆ ਉਹ ਬਰਾਬਰ ਹੋਣਗੇ। ਐਕਚੁਅਲ ਗਰੋਥ ਰੇਟ ਜੋ ਤੁਹਾਡਾ ਅਸਲ 'ਚ ਹੁੰਦਾ ਪਿਆ, ਅਤੇ ਨੈਚੁਰਲ ਗਰੋਥ ਰੇਟ ਜਿੱਥੇ ਤੁਸੀਂ ਚੇਂਜ ਨਹੀਂ ਕਰਨਾ ਚਾਹੁੰਦੇ ਕੋਈ ਵੀ, ਜਿੱਥੇ ਤੁਸੀਂ ਸੰਤੁਸ਼ਟ ਆ, ਅਤੇ ਰੈਂਟਡ ਗਰੋਥ ਰੇਟ ਆ, ਅਤੇ ਨੈਚੁਰਲ ਗਰੋਥ ਰੇਟ ਜਿੱਥੇ ਕੋਈ ਇਨਫਲੇਸ਼ਨ ਨਹੀਂ ਹੁੰਦੀ ਪਈ। ਅਤੇ ਇਹ ਐਕਸ 'ਤੇ ਟਾਈਮ ਲਿਆ, ਵਾਈ 'ਤੇ ਗਰੋਥ ਰੇਟ ਗਿਆ। ਅਤੇ ਇਸ ਲਈ ਜਿੱਥੇ ਤਿੰਨੋਂ ਬਰਾਬਰ ਹੋਣਗੇ, ਅਤੇ ਉਹ ਜਿਹੜੀ ਜਿਸ ਤਰ੍ਹਾਂ ਇੱਥੇ OS ਜਿਹੜੀ ਕਰਵ ਸ਼ੋ ਕੀਤੀ ਆ, ਫਿਰ ਉਹ ਸਟੈਡੀ ਸਟੇਟ ਗਰੋਥ ਜਿਹੜੀ ਆ ਉਹ ਹੋਏਗੀ। ਅਤੇ ਦੂਸਰਾ ਉਹਨਾਂ ਨੇ ਇਹਨੂੰ ਗਰੋਥ ਪ੍ਰੋਸੈਸ ਐਕਸਪਲੇਨ ਕੀਤੀ ਆ। ਗਰੋਥ ਪ੍ਰੋਸੈਸ ਲਈ OS ਹੈ ਜਿਹੜੀ ਉਹ ਸੇਵਿੰਗ ਲਾਈਨ ਆ, ਔਰ ਜਿਹੜੀਆਂ ਕਰਵਜ਼ ਤੁਹਾਡੀਆਂ Y1 I1 ਜਿਹੜੀਆਂ ਤੁਹਾਡੀਆਂ ਕਰਵਜ਼ ਹੈਗੀਆਂ ਆ, ਇਹ ਜਿਹੜੀਆਂ ਕੈਪੀਟਲ ਆਊਟਪੁੱਟ ਰੇਸ਼ੀਓਜ਼ ਨੂੰ ਪ੍ਰਗਟ ਕਰ ਰਹੀਆਂ ਆ। ਅਤੇ ਇਹਦੇ ਵਿੱਚ OX ਦੇ ਉੱਤੇ ਤੁਸੀਂ ਇਨਕਮ ਲਈ ਆ, OY 'ਤੇ ਸੇਵਿੰਗ ਅਤੇ ਇਨਵੈਸਟਮੈਂਟ ਲਈ ਆ। ਅਤੇ ਇਸ ਤੋਂ ਇਹ ਪਤਾ ਲੱਗਦਾ ਕਿ ਆਮਦਨ ਦੇ ਅਲੱਗ-ਅਲੱਗ ਪੱਧਰਾਂ ਦੇ ਉੱਤੇ ਤੁਸੀਂ ਕਿੰਨੀ ਸੇਵਿੰਗ ਕਰਦੇ ਪਏ ਹੋ। ਇਨਕਮ Y1 ਆ, ਸੇਵਿੰਗ S1 ਆ, ਇਨਕਮ Y2 ਆ, ਸੇਵਿੰਗ S2 ਆ, ਇਨਕਮ ਵੱਧਦੀ ਹੈ, ਸੇਵਿੰਗ ਵੱਧਦੀ ਹੈ, ਇਨਕਮ Y4 ਹੁੰਦੀ ਹੈ, ਸੇਵਿੰਗ ਜਿਹੜੀ ਆ S4 ਉਹ ਹੋ ਜਾਂਦੀ ਆ। ਉਸ ਤੋਂ ਬਾਅਦ ਸ਼ੁਰੂ ਦੇ ਵਿੱਚ ਇਨਕਮ ਤੁਹਾਡੀ OY1 ਆ, ਅਤੇ ਉਸ 'ਤੇ ਤੁਹਾਡੀ ਸੇਵਿੰਗ ਕਿੰਨੀ ਹੈ S1 Y1। ਇਹਨਾਂ ਬਚਤਾਂ ਨੂੰ ਫਿਰ ਅੱਗੇ ਨਿਵੇਸ਼ ਕੀਤਾ ਜਾਊਗਾ। ਜਦੋਂ ਨਿਵੇਸ਼ ਹੋਊਗਾ ਤਾਂ ਇਨਕਮ ਵਧੂਗੀ ਤਾਂ ਤੁਹਾਡੀ ਇਨਵੈਸਟਮੈਂਟ ਵਧੂਗੀ। ਨੈਕਸਟ ਜਿਹੜਾ ਪਾਰਟ ਆ, ਨੈਕਸਟ ਜਿਹੜਾ ਉਹ ਹੈਗਾ ਡੋਮਰ ਮਾਡਲ ਹੈ। ਡੋਮਰ ਦਾ ਜਿਹੜਾ ਮਾਡਲ ਆ ਉਹ ਇਬਸੇ ਡੀ ਡੋਮਰ ਨੇ ਦਿੱਤਾ। ਐਸੇਜ਼ ਇਨ ਦੀ ਥਿਊਰੀ ਆਫ ਇਕਨੋਮਿਕ ਗਰੋਥ ਦੇ ਵਿੱਚ ਦਿੱਤਾ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਇਨਵੈਸਟਮੈਂਟ ਆ ਉਹ ਦੋਹਰੀ ਭੂਮਿਕਾ ਨਿਭਾਉਂਦਾ। ਇੱਕ ਤਾਂ ਉਤਪਾਦਨ ਦੀ ਸਮਰੱਥਾ ਨੂੰ ਵਧਾਉਂਦਾ, ਅਤੇ ਦੂਸਰਾ ਇਨਕਮ ਨੂੰ ਜਨਰੇਟ ਕਰਦਾ। ਇਨਵੈਸਟਮੈਂਟ ਆ ਜਿਹੜੀ ਉਹ ਤਾਂ ਇੱਕ ਤਾਂ ਪ੍ਰੋਡਕਸ਼ਨ ਵਧਾਉਂਦੀ ਆ, ਪ੍ਰੋਡਕਸ਼ਨ ਦੀ ਕਪੈਸਿਟੀ ਨੂੰ ਵਧਾਉਂਦੀ ਹੈ, ਅਤੇ ਦੂਸਰੀ ਇਨਕਮ ਨੂੰ ਜਨਰੇਟ ਕਰਦੀ ਹੈ। ਔਰ ਇਹਦੇ ਲਈ ਉਹਨਾਂ ਨੇ ਜਿਹੜੀ ਅਜੰਪਸ਼ਨਸ ਲਈਆਂ ਕਿ ਪਰਫੈਕਟ ਕੰਪੀਟੀਸ਼ਨ ਹੋਣਾ ਚਾਹੀਦਾ, ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਫਰੀ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜੀ ਐਵਰੇਜ ਪ੍ਰੋਪੈਂਸਿਟੀ ਆ ਅਤੇ ਮਾਰਜਨਲ ਪ੍ਰੋਪੈਂਸਿਟੀ ਹੈ ਸੇਮ ਹੈਗੀਆਂ ਆ। ਉਸ ਤੋਂ ਬਾਅਦ ਇਹ ਵੀ ਮੰਨ ਕੇ ਚੱਲਿਆ ਜਾਂਦਾ ਕਿ ਕਿਸੇ ਤਰ੍ਹਾਂ ਦੇ ਰਿਸੋਰਸਿਸ ਦੀ ਕਮੀ ਨਹੀਂ ਆ, ਕਿਸੇ ਕੈਪੀਟਲ ਦੀ ਕਮੀ ਨਹੀਂ ਆ। ਇਨਵੈਸਟਮੈਂਟ ਅਤੇ ਬੱਚਤ ਇੱਕੋ ਟਾਈਮ 'ਚ ਹੁੰਦੇ ਆ, ਮਤਲਬ ਜਦੋਂ ਬੱਚਤ ਹੁੰਦੀ ਆ ਉਦੋਂ ਇਨਵੈਸਟਮੈਂਟ ਹੋ ਜਾਂਦੀ ਆ। ਅਤੇ ਬੰਦ ਜਿਹੜੀ ਅਰਥ ਵਿਵਸਥਾ ਮਤਲਬ ਕਲੋਜ਼ਡ ਇਕੋਨਮੀ ਆ, ਕੋਈ ਇੰਟਰਨੈਸ਼ਨਲ ਟਰੇਡ ਜਿਹੜਾ ਉਹ ਨਹੀਂ ਹੁੰਦਾ। ਔਰ ਉਹਨਾਂ ਨੇ ਆਪਣੇ ਕੰਸੈਪਟ ਨੂੰ ਐਕਸਪਲੇਨ ਕਰਨ ਲਈ ਉਹਨਾਂ ਨੇ ਵੀ ਇੱਕ ਡਾਇਗਰਾਮ ਲਈ ਆ, ਪਰ ਇੱਥੇ ਇਹ ਡਾਇਗਰਾਮ ਆ ਜਿਹੜੀ ਹੈਰਡ ਦੇ ਨਾਲ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਹੈਗੀ ਆ। ਇੱਥੇ ਵੀ ਉਹਨਾਂ ਨੇ ਉਹੀ ਕਿਹਾ ਵੈਸੇ ਤਾਂ ਕਿ ਜਦੋਂ ਇਨਕਮ ਵੱਧਦੀ ਹੈ, ਜਿੱਦਾਂ ਇਨਕਮ ਤੁਹਾਡੀ ਵੱਧਦੀ ਪਈ ਹੈ, ਇੱਦਾਂ ਤੁਹਾਡੀ ਸੇਵਿੰਗ ਹੈ ਜਿਹੜੀ ਉਹ ਵੱਧਦੀ ਪਈ ਹੈ। ਪਰ ਇੱਥੇ ਉਹਨਾਂ ਦੇ ਅਕੋਰਡਿੰਗ ਸਿਰਫ ਸੇਵਿੰਗ ਹੀ ਨਹੀਂ ਵੱਧਦੀ ਪਈ, ਜਿਹੜੀ ਤੁਹਾਡੀ ਮਾਰਜਨਲ ਆਊਟਪੁੱਟ ਕੈਪੀਟਲ ਰੇਸ਼ੋ ਆ ਉਹਦੇ ਵਿੱਚ ਵੀ ਜਿਹੜੀ ਉਹ ਚੇਂਜ ਹੁੰਦੀ ਪਈ ਆ। ਔਰ ਇਹ ਜਿਹੜੀ ਗਰੋਥ ਪ੍ਰੋਸੈਸ ਆ ਉਹ ਇਸ ਤਰ੍ਹਾਂ ਚੱਲਦੀ ਕਿ ਸ਼ੁਰੂ 'ਚ ਪਹਿਲਾਂ ਤੁਸੀਂ S1 'ਤੇ ਆ, ਜਦੋਂ Y1 ਇਨਕਮ ਆ, ਤੁਹਾਡੀ ਇਨਕਮ ਵੱਧਦੀ ਆ, ਤੁਹਾਡੀ ਸੇਵਿੰਗ ਵੱਧ ਜਾਂਦੀ ਹੈ। ਫਿਰ ਉਹ ਦੁਬਾਰਾ ਇਨਵੈਸਟਮੈਂਟ ਹੁੰਦੀ ਹੈ, ਫਿਰ ਇਨਕਮ ਵੱਧਦੀ ਹੈ, ਫਿਰ ਸੇਵਿੰਗ ਵੱਧਦੀ ਹੈ, ਫਿਰ ਇਨਵੈਸਟਮੈਂਟ ਹੁੰਦੀ ਹੈ, ਫਿਰ ਇਨਕਮ ਵੱਧਦੀ ਹੈ, ਫਿਰ ਜਿਹੜੀ ਤੁਹਾਡੀ ਸੇਵਿੰਗ ਆ ਉਹ ਵੱਧਦੀ ਆ। ਅਤੇ ਜਦੋਂ ਤੁਹਾਡੀ ਇਨਕਮ ਸੇਵਿੰਗ ਵੱਧਦੀ ਆ, ਫਿਰ ਤੁਹਾਡੀ ਉਹਦੀ ਜਿਹੜੀ ਕਪੈਸਿਟੀ ਹੈ, ਜਿਹੜੀ ਤੁਹਾਡੀ ਪ੍ਰੋਡਕਸ਼ਨ ਕਪੈਸਿਟੀ ਉਹ 'ਤੇ ਫਰਕ ਪੈਂਦਾ। ਤੁਹਾਡੀ ਪ੍ਰੋਡਕਸ਼ਨ ਕਪੈਸਿਟੀ ਪਹਿਲਾਂ E1 ਆ, ਫਿਰ E2 ਹੋ ਜਾਂਦੀ ਆ, ਫਿਰ E3 ਹੋ ਜਾਂਦੀ ਹੈ, ਫਿਰ ਇੱਦਾਂ ਜਦੋਂ ਤੁਹਾਡੀ ਸੇਵਿੰਗ ਵਧੀ ਜਾਊਗੀ, ਇਨਕਮ ਵਧੂਗੀ, ਸੇਵਿੰਗ ਵਧੂਗੀ ਤਾਂ ਤੁਹਾਡੀ ਪ੍ਰੋਡਕਸ਼ਨ ਕਪੈਸਿਟੀ ਫਿਰ E4 'ਤੇ ਚਲੇ ਜਾਏਗੀ। ਇਸ ਤਰ੍ਹਾਂ ਇੱਕ ਜਿਹੜੀ ਗਰੋਥ ਪ੍ਰੋਸੈਸ ਆ ਉਹ ਹੁੰਦੀ ਹੈ, ਅਤੇ ਇਸ ਤਰ੍ਹਾਂ ਇਹ ਪ੍ਰੋਸੈਸ ਚੱਲਦੀ ਰਹਿੰਦੀ ਹੈ। ਪਰ ਫਿਰ ਉਸ ਤੋਂ ਬਾਅਦ ਇੱਥੇ ਕ੍ਰਿਟਿਸਿਜ਼ਮ ਦੋਨਾਂ ਦਾ ਇਕੱਠਾ ਕਰਨਾ, ਜਿਹੜਾ ਖੈਰ ਮੈਂ ਇੱਥੇ ਕ੍ਰਿਟਿਸਿਜ਼ਮ ਦੇ ਵਿੱਚ ਫਿਰ ਉਹੀ ਹੈ ਕਿ ਲੇਬਰ ਅਤੇ ਕੈਪੀਟਲ ਕਿੰਨੀ ਲਈ ਜਾਊਗੀ, ਇਹ ਪ੍ਰੋਪੋਰਸ਼ਨ ਉਹਨਾਂ ਨੇ ਐਕਸਪਲੇਨ ਨਹੀਂ ਕੀਤਾ। ਉਸ ਤੋਂ ਬਾਅਦ ਕੈਪੀਟਲ ਆਊਟਪੁੱਟ ਰੇਸ਼ੋ ਆ ਜਿਹੜੀ ਉਹ ਕਾਂਸਟੈਂਟ ਨਹੀਂ ਹੁੰਦੀ ਜਿੱਦਾਂ ਇਹਨਾਂ ਨੇ ਮੰਨ ਲਿਆ। ਉਸ ਤੋਂ ਬਾਅਦ ਪ੍ਰੋਪੈਂਸਿਟੀ ਟੂ ਸੇਵ ਕਾਂਸਟੈਂਟ ਨਹੀਂ ਹੁੰਦੀ, ਪ੍ਰਾਈਸ ਲੈਵਲ ਕਦੀ ਕਾਂਸਟੈਂਟ ਨਹੀਂ ਰਹਿੰਦਾ।
ਉਸ ਤੋਂ ਬਾਅਦ ਇਨਸਟੇਬਿਲਿਟੀ ਨੂੰ ਇਹਨਾਂ ਨੇ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ, ਜਿਹੜੀ ਨਹੀਂ ਦੇਣੀ ਚਾਹੀਦੀ ਸੀ। ਫਿਰ ਨੈਚੁਰਲ ਗਰੋਥ ਰੇਟ ਜਿਹੜਾ ਲੈ ਲਿਆ, ਉਹ ਕੋਈ ਪ੍ਰੈਕਟੀਕਲ ਹੈ ਹੀ ਨਹੀਂ। ਨੈਚੁਰਲ ਗਰੋਥ ਰੇਟ ਕੀ ਹੁੰਦਾ, ਕਿਤੇ ਕਿ ਜਿੱਥੇ ਤੁਸੀਂ ਸੈਟਿਸਫਾਈਡ ਹੋ, ਇਸ ਤਰ੍ਹਾਂ ਦਾ ਰੇਟ, ਜਿੱਥੇ ਕੋਈ ਇਨਫਲੇਸ਼ਨ ਹੁੰਦੀ ਨਹੀਂ। ਗਰੋਥ ਰੇਟ ਇਸ ਤਰ੍ਹਾਂ ਦਾ ਬਹੁਤ ਘੱਟ ਹੁੰਦਾ ਜਿੱਥੇ ਕੋਈ ਇਨਫਲੇਸ਼ਨ ਨਾ ਹੋਵੇ। ਉਸ ਤੋਂ ਬਾਅਦ ਗੌਰਮੈਂਟ ਦੇ ਰੋਲ ਨੂੰ ਇਗਨੋਰ ਕੀਤਾ, ਕਿਉਂਕਿ ਇਹਨਾਂ ਨੇ ਜਿਹੜੀ ਆ ਮੰਨਿਆ ਸੀ ਕਿ ਕੋਈ ਗੌਰਮੈਂਟ ਇੰਟਰਫੇਰੈਂਸ ਨਹੀਂ ਹੁੰਦੀ। ਇਹਨਾਂ ਨੇ ਕਲੋਜ਼ਡ ਇਕੋਨਮੀ ਮੰਨੀ ਹੈ, ਜਦ ਕਿ ਇਕੋਨਮੀਜ਼ ਦੇ ਵਿੱਚ ਅੱਜ ਕੱਲ੍ਹ ਕਲੋਜ਼ਡ ਇਕੋਨਮੀਜ਼ ਨਹੀਂ ਪਾਈਆਂ ਜਾਂਦੀਆਂ, ਅੱਜ ਕੱਲ੍ਹ ਓਪਨ ਇਕੋਨਮੀਜ਼ ਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਇਕਨੋਮਿਕ ਫੈਕਟਰਸ ਤੋਂ ਇਲਾਵਾ ਵੀ ਇਕੋਨਮੀ ਨੂੰ ਫੈਕਟਰਸ ਅਫੈਕਟ ਕਰਦੇ ਹੁੰਦੇ, ਜਿਨ੍ਹਾਂ ਨੂੰ ਆਪਾਂ ਨਾਨ ਇਕਨੋਮਿਕ ਫੈਕਟਰਸ ਕਹਿੰਦੇ ਆ। ਲਾਈਕ ਤੁਹਾਡੇ ਕਸਟਮਸ, ਤੁਹਾਡਾ ਪੋਲੀਟੀਕਲ ਸਿਸਟਮ, ਤੁਹਾਡਾ ਸੋਸ਼ਲ ਸਿਸਟਮ, ਉਹ ਸਾਰਾ ਇਹਨਾਂ ਨੇ ਇਗਨੋਰ ਕੀਤਾ। ਸਟਰਕਚਰਲ ਅਤੇ ਡਿਸਗਾਈਜ਼ਡ ਅਨਪਲਾਈਮੈਂਟ ਪਾਈ ਜਾਂਦੀ ਆ, ਉਹ ਇਹਨਾਂ ਨੇ ਇਗਨੋਰ ਕੀਤੀ ਆ। ਰੇਟ ਆਫ ਇੰਟਰਸਟ ਮੰਨ ਕੇ ਚੱਲੇ ਆ ਕੌਂਸਟੈਂਟ ਰਹਿੰਦਾ, ਉਹ ਨਹੀਂ ਹੁੰਦਾ। ਇੰਪੀਰੀਕਲੀ ਇੱਦਾਂ ਦੀ ਕੋਈ ਟਰੂ ਥਿਊਰੀ ਨਹੀਂ ਆ ਕਿੰਡਲ ਵਰਗਰ ਦਾ ਮੰਨਣਾ ਆ। ਉਸ ਤੋਂ ਬਾਅਦ ਨੋ ਡਿਸਟਿੰਕਸ਼ਨ ਬਿਟਵੀਨ ਦੀ ਕੈਪੀਟਲ ਗੁਡਸ ਐਂਡ ਦੀ ਕੰਜ਼ਿਊਮਰ ਗੁਡਸ। ਮਤਲਬ ਇੱਕ ਕੈਪੀਟਲ ਗੁਡਸ ਹੁੰਦੀਆਂ, ਇੱਕ ਕੰਜ਼ਿਊਮਰ ਗੁਡਸ ਹੁੰਦੀਆਂ। ਜਿਹੜੀਆਂ ਕੰਜ਼ਿਊਮਰ ਗੁਡਸ ਅਸੀਂ ਡਾਇਰੈਕਟਲੀ ਕੰਜ਼ਿਊਮ ਕਰਦੇ ਹਾਂ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਾਇਰੈਕਟ ਜਿਹੜੀ ਡਿਸਟਿੰਕਸ਼ਨ ਆ ਉਹ ਇਹਨਾਂ ਨੇ ਨਹੀਂ ਕੀਤੀ। ਇਹ ਇਸ ਥਿਊਰੀ ਨੂੰ ਇਸ ਤਰ੍ਹਾਂ ਕ੍ਰਿਟੀਸਾਈਜ਼ ਕਰ ਦਿੱਤਾ ਜਾਂਦਾ। ਇਹ ਸੀ ਤੁਹਾਡਾ ਹੈਰੋਡਾਮਰ ਮਾਡਲ। ਕੱਲ੍ਹ ਨੈਕਸਟ ਲੈਕਚਰ ਦੇ ਵਿੱਚ ਆਪਾਂ ਜਿਹੜਾ ਸਾਡਾ ਲਾਸਟ ਟੋਪਿਕ ਇੱਕ ਰਹਿੰਦਾ ਉਹ ਕਰਾਂਗੇ। ਲਾਸਟ ਟੋਪਿਕ ਆਪਣਾ ਜਿਹੜਾ ਰਹਿੰਦਾ ਉਹ ਹੈਗਾ ਸੋਲੋ ਮਾਡਲ। ਬਸ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।